सीपी साहब है। और लोग पीछे पीछे। थैंक यू सर। पीछे खड़ा लेने न्यू बैग यस सर क्या नाम है आपका? चाबी आनी चाहिए ना बैनर में। अनिकेत राजवीर। अच्छा बहुत अच्छा गाना। मैं इनफैक्ट मैं अभी किसी को सुना रहा था तो चे कटो जी जेड़ा आवाज हाँ जी साल हो जाओ नाल हो जाओ आ जाओ थैंक यू नहीं मक्कड़ मैंने गलती किया मक्कड़ डाला आज राम राम और किधर है और आगे बढ़ाओ मुझे साल पहले बोल रहा था थैंक यू सर सामने ही ओके मुबारक जी चलो ये फैक्ट्री बिल्डिंग का पार्ट है मुझे उधर बैठना है जी सर कोई आओ बैठो जी आप लोग भी बैठो आजा लकी लकी देवाल इज अगेन फ्रॉम बिजनेस फैमिली है ये बनाते हैं तेल निकालने वाली मशीन स्पेलर जिसको भी लांबा के लिए बुलाया हूँ यही मदद नहीं करता है नहीं मदद के लिए आप लगाओ सही साढ़े सानू ते भाई एक सरों के तेल का यूनिट लगाना है जितने कर आपने अंदर वो चालू किया है क्या उसका मकसद है हिंदी च पंजाबी च ਕਿੰਨੀਆਂ ਜੇਲ੍ਹਾਂ ਦੇ ਨਾਲ ਸੰਪਰਕ ਸਭ ਤੋਂ ਪਹਿਲੇ ਤੇ ਤੁਸੀਂ ਸਾਰਿਆਂ ਦਾ ਇੱਥੇ ਆਉਣ ਤੇ ਮੈਂ ਬਹੁਤ ਧੰਨਵਾਦ ਕਰਦਾ ਆਜ ਜਿਹੜਾ ਸ਼ੁਰੂਆਤ ਆਪਾਂ ਕੀਤਾ ਹੈ ਉਹਨੂੰ ਆਪਾਂ ਰੇਡੀਓ ਪੰਜਾਬ ਉਜਾਲਾ ਪੰਜਾਬ ਦੇ ਨਾਂ ਦਿੱਤਾ ਹੈ ਇਹ ਸਾਰੇ ਜੇਲ੍ਹਾਂ ਦੇ ਵਿੱਚ
ਹੌਲੀ ਹੌਲੀ ਸ਼ੁਰੂ ਹੋਏਗਾ। ਸ਼ੁਰੂਆਤ ਲਈ ਆਪਾਂ 6 ਸੈਂਟਰਲ ਜੇਲ੍ਹ ਪੰਜਾਬ ਦੇ ਹੈਗੇ ਜਿੱਥੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਜਿੱਥੇ ਤੱਕ ਇਸ ਰੇਡੀਓ ਦਾ ਸਵਾਲ ਹੈ, ਇਹ ਰੇਡੀਓ ਉਜਾਲਾ ਪੰਜਾਬ ਇਹਦਾ ਨਾਂ ਹੈ। ਇਹ ਟ੍ਰੈਡੀਸ਼ਨਲ ਰੇਡੀਓ ਤੋਂ ਥੋੜਾ ਹਟ ਕੇ ਹੈ, ਕਿਉਂਕਿ ਇੱਥੇ ਰੇਡੀਓ ਡਿਵਾਈਸਿਸ ਨਹੀਂ ਹੈ। ਆਪਣੇ ਬੰਦੀ ਵੀਰਾ ਭੈਣਾਂ ਕੋਲ, ਬੰਦੀਆਂ ਕੋਲ ਕੋਈ ਰੇਡੀਓ ਡਿਵਾइस नहीं है। सारे बैरिक ਜਿਹੜੇ ਹੈ ਉੱਥੇ ਆਪਾਂ ਸਪੀਕਰ ਲਗਾਏ ਆ। ਇੱਕ ਸੈਂਟਰਲ ਪੁਆਇੰਟ ਤੋਂ ਬ੍ਰੌਡਕਾਸਟ ਹੋਏਗਾ, ਵਾਇਰਡ ਕਨੈਕਸ਼ਨ ਹੈ ਔਰ ਸਪੀਕਰਾਂ ਤੇ ਆਵਾਜ਼ ਜਾਏਗਾ ਔਰ ਉੱਥੇ ਲੋਕੀ ਇਸ ਚੀਜ਼ ਦਾ ਆਨੰਦ ਮਨਾਉਣਗੇ ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੈ। ਹੁਣ ਇਹਦੇ ਵਿੱਚ ਜਿਹੜਾ ਰੇਡੀਓ ਚਲਾਉਣ ਦਾ ਸਾਰਾ ਪ੍ਰਕਿਰਿਆ ਹੈ, ਸਾਰਾ ਕੰਮ ਹੈ, ਉਹ ਵੀ ਬੰਦੀ ਵੀਰਾਂ ਨੇ ਕਰਨਾ ਹੈ ਤੇ ਸੁਣਨ ਵਾਲੇ ਵੀ ਬੰਦੀ ਵੀਰ ਨੇ। ਸੋ ਇਹ ਇੱਕ ਜੇਲ੍ਹ ਦੇ ਇੰਟਰਨਲ ਰੇਡੀਓ ਹੈ ਜਿਹਦੇ ਨਾਲ ਐਂਟਰਟੇਨਮੈਂਟ, ਜਿਹਦੇ ਨਾਲ ਕੋਈ ਸੰਦੇਸ਼ ਦੇਣਾ ਹੋਵੇ, ਜਿਹਦੇ ਨਾਲ ਭਗਤੀ ਸੰਗੀਤ ਹੋਵੇ, ਉਹ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ 3-4 ਘੰਟੇ ਦਾ ਪ੍ਰੋਗਰਾਮ ਚੱਲੇਗਾ। ਸੋ ਇਹ ਹੈਗਾ ਜੇਲ੍ਹ ਰੇਡੀਓ ਦਾ ਕਨਸੈਪਟ। ਇਸ ਪ੍ਰਣਾਲੀ ਨਾਲ ਅੱਜ ਦੇ ਡੇਟ 'ਚ ਕਰੀਬ 30 ਤੋਂ 40 ਕੈਦੀ जुड़े हैं, लेकिन धीरे धीरे ओवर अ पीरियड ऑफ टाइम मैं उम्मीद करदा कि वध तो वध लोग जुड़नगे, कुछ नवे आएंगे, कुछ पुराने छड्डणगे। बेसिकली सारे कैदियां नूं एक एक्सपोजर देण दा, एक चैनल देण दा जिथे कि वो अपने क्रिएटिव एनर्जीज़ नूं यूज़ कर सकते हैं। ਉਹ ਉਪਰਾਲਾ ਹੈਗਾ। ਕੱਲੇ ਧਾਰਮਿਕ ਪ੍ਰੋਗਰਾਮ ਚੱਲਣਗੇ ਜਾਂ ਹੋਰ ਵੀ ਹਰ ਤਰ੍ਹਾਂ ਦਾ ਪ੍ਰੋਗਰਾਮ ਚੱਲੇਗਾ। ਫਰਮਾਇਸ਼ੀ ਗਾਣਾ ਤੁਹਾਡੇ 'ਚ ਜਿਨ੍ਹਾਂ ਨੇ ਪੁਰਾਣੇ ਜ਼ਮਾਨੇ 'ਚ ਵਿਵਿਧ ਭਾਰਤੀ ਸੁਣਿਆ ਹੈ, ਵਿਵਿਧ ਭਾਰਤੀ 'ਚ ਫਰਮਾਇਸ਼ੀ ਗਾਣੇ ਦਾ ਪ੍ਰੋਗਰਾਮ ਹੁੰਦਾ ਸੀ ਤੇ ਉਸ ਤਰ੍ਹਾਂ ਦਾ ਫਰਮਾਇਸ਼ੀ ਗਾਣੇ ਦਾ ਵੀ ਕੈਦੀ ਆਪਣੀ ਫਰਮਾਇਸ਼ ਦੇ ਸਕਣਗੇ ਕਿ ਮੈਨੂੰ ਕੱਲ ਇਹ ਗਾਣਾ ਸੁਣਨਾ ਹੈ ਤੇ ਉਹ ਉਹਨਾਂ ਦੇ ਨਾਂ ਦੇ ਨਾਲ ਉਹ ਗਾਣਾ ਚੱਲੂਗਾ। ਉਸੇ ਤਰ੍ਹਾਂ ਧਾਰਮਿਕ ਸਵੇਰ ਧਾਰਮਿਕ ਸੰਦੇਸ਼ ਚੱਲੇਗਾ, ਧਾਰਮਿਕ ਗਾਣੇ ਚੱਲਣਗੇ। दिन ਦੇ ਵਿੱਚ ਸ਼ਾਮ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਚੱਲਣਗੇ। ਸਭ ਤੋਂ ਵੱਡੀ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਕੈਦੀਆਂ ਦੇ ਆਪਣੇ ਗਾਏ ਹੋਏ ਗਾਣੇ ਉਹ ਵੀ ਰਿਕਾਰਡ ਹੋ ਕੇ ਇਹਦੇ ਚੱਲਣਗੇ। ਐਟ ਦਾ ਮੋਮੈਂਟ ਆਪਾਂ ਰਿਕਾਰਡਿੰਗ ਫੈਸਿਲਿਟੀ ਨਹੀਂ ਲਗਾਇਆ ਹੈ, ਇਸ ਕਰਕੇ ਆਪਾਂ ਸਟੂਡੀਓ ਬਣਾਇਆ ਜਿੱਥੇ ਕਿ ਉਹ ਲਾਈਵ ਗਾਣਾ ਗਾ ਕੇ ਬਾਕੀ ਕੈਦੀਆਂ ਨੂੰ ਸੁਣਾ ਸਕਦੇ ਨੇ। ਨਹੀਂ ਜੀ, 24 ਘੰਟੇ ਜਿਹੜਾ ਚੱਲਦਾ ਉਹ ਫਿਰ ਉਹ ਗਾਣਾ ਨਹੀਂ ਹੁੰਦਾ, ਉਹ ਰੌਲਾ ਹੋ ਜਾਂਦਾ। ਠੀਕ ਹੈ ਜੀ। ਇਹ 3 ਤੋਂ 4 ਘੰਟਾ ਦਿਨ ਦੇ ਵਿੱਚ ਚੱਲੇਗਾ। ਉਹਦਾ ਸੁਪਰਡੈਂਟ ਸਾਹਿਬ ਕੈਦੀਆਂ ਦੇ ਨਾਲ ਉਹਨਾਂ ਨਾਲ ਤਾਲਮੇਲ ਕਰਕੇ ਜਿੰਨਾ ਉਹਨਾਂ ਨੂੰ ਚਾਹੀਦਾ ਹੈ ਉਹ ਉਨਾ ਚੱਲੇਗਾ। ਦੇਖੋ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ। ਜਿਹਨੂੰ ਜ਼ਬਰਦਸਤੀ ਆਪਾਂ ਲੰਬਾ ਚਲਾਵਾਂਗੇ ਤਾਂ ਉਹ ਡਿਸਟਰਬੈਂਸ ਹੋ ਜਾਏਗਾ, ਉਹ ਫਿਰ ਐਂਟਰਟੇਨਮੈਂਟ ਨਹੀਂ ਹੋਣਾ। ਦੇ ਵਿੱਚ ਕੈਦੀ ਅੱਛੀ ਆਪਣੀ ਪਰਫਾਰਮੈਂਸ ਦੇਣਗੇ, ਉਹਨਾਂ ਨੂੰ ਕੋਈ ਆਪਣਾ ਜੇਲ੍ਹ ਵਿਭਾਗ ਕੁਝ ਕਰੇਗਾ ਜੀ ਅੱਗੇ ਕੁਝ? ਦੇਖੋ ਜੀ, ਕਿਸੇ ਵੀ ਜੇਲ੍ਹ ਦੇ ਵਿੱਚ ਜੋ ਵੀ ਉਪਰਾਲਾ ਹੁੰਦਾ ਹੈ ਉਹਦੇ ਵਿੱਚ ਜੋ ਵੀ ਕੈਦੀ ਅਗਰ ਅੱਛਾ ਕੰਮ ਕਰਦਾ ਹੈ ਤੇ ਉਹਨੂੰ ਸੁਪਰਡੈਂਟ ਸਾਹਿਬ ਵੱਲੋਂ IG ਪ੍ਰਿਜ਼ਨ ਯਾਨੀ ਕਿ DG ਪ੍ਰਿਜ਼ਨਸ ਉਹਨਾਂ ਵੱਲੋਂ ਰੈਮਿਸ਼ਨ ਦੇਣ ਦੀ ਫੈਸਿਲਿਟੀ ਹੈ। ਉਹ ਰੈਮਿਸ਼ਨ ਅੱਛੇ ਕੰਮ ਲਈ ਪਹਿਲੇ ਵੀ ਮਿਲਦਾ ਰਿਹਾ ਹੈ ਤੇ ਇਹ ਵੀ ਉसी ਫਰੇਮਵਰਕ ਦੇ ਵਿੱਚ ਹੈ। ਇਹਦੇ ਵਿੱਚ ਜਿਹੜਾ ਅੱਛਾ ਕੰਮ ਕਰੇਗਾ, ਜਿਹਦਾ ਕੰਡਕਟ ਅੱਛਾ ਹੋਏਗਾ ਜੇਲ੍ਹ ਦੇ ਵਿੱਚ, ਉਹਨੂੰ ਇਹ ਰੈਮਿਸ਼ਨ ਦੀ ਫੈਸਿਲਿਟੀ ਦਿੱਤੀ ਜਾਏਗੀ। ਇਹਦੇ ਵਿੱਚ ਤਨਖਾਹ ਜਿਹੜਾ ਜੇਲ੍ਹ ਦਾ ਹੈਗਾ, ਇਹ ਵੀ ਇਹ ਕੰਮ ਹੈ। ਸੋ ਜੇਲ੍ਹ ਦਾ ਜਿਹੜਾ ਵੇਜਸ ਸਰਕਾਰ ਵੱਲੋਂ ਜਿਹੜਾ ਅਪਰੂਵਡ ਵੇਜਸ ਹੈ ਉਹੀ ਜਿਹੜਾ ਇਹਦੇ ਵਿੱਚ ਕੰਮ ਕਰਨਗੇ ਉਹਨੂੰ ਦਿੱਤਾ ਜਾਏਗਾ। ਸਰ, ਇਸ ਤੋਂ ਇਲਾਵਾ ਕੋਈ ਹੋਰ ਵੀ ਉਦਘਾਟਨ ਕਰਨ ਜਾ ਰਹੇ ਹਾਂ? ਮੈਂ ਆਪਾਂ ਕੱਲ ਸ਼ੁਰੂਆਤ ਕਰਾਂਗੇ ਫਿਰੋਜ਼ਪੁਰ ਦੇ ਵਿੱਚ। ਇਸ ਤੋਂ ਬਾਅਦ ਕਪੂਰਥਲਾ, ਪਟਿਆਲਾ ਵੀ ਇਹ ਹੋਣਾ ਹੈਗਾ, ਫਰੀਦਕੋਟ ਹੋਣਾ ਹੈ, ਅੰਮ੍ਰਿਤਸਰ ਹੋਣਾ ਹੈ। ਇਹ 6 ਜ਼ਿਲ੍ਹਾ ਦਾ ਆਪਾਂ ਟੀਚਾ ਰੱਖਿਆ ਸੀ, ਜਿੱਥੇ ਕਿ 4 ਜ਼ਿਲ੍ਹਾ 'ਚ ਕੰਮ ਚੱਲ ਰਿਹਾ, 2 ਜ਼ਿਲ੍ਹਾ 'ਚ ਵੀ ਜਲਦੀ ਹੀ ਕੰਮ ਸ਼ੁਰੂ ਹੋਣ ਵਾਲਾ ਹੈ। ਕੋਈ ਪੈਟਰੋਲ ਪੰਪ ਦਾ ਵੀ ਕੰਮ ਕਰਨ ਜਾ ਰਹੇ ਹਾਂ? ਤੁਸੀਂ ਦੇਖ ਹੀ ਰਹੇ ਹੋ ਪੈਟਰੋਲ ਪੰਪ ਦੀ। ਜਿਸ ਦਿਨ ਆਪਾਂ ਉੱਥੇ ਕਰਨ ਆਵਾਂਗੇ ਉਸ ਦਿਨ ਬਾਕੀ ਖੁੱਲ੍ਹ ਕੇ ਗੱਲ ਕਰਾਂਗੇ। ਬਿਸਕੁਟ ਦੀ ਫੈਕਟਰੀ ਚੱਲ ਰਹੀ ਹੈ, ਹੋਰ ਵੀ ਇਦਾਂ ਦਾ ਕੋਈ ਆਪਣਾ ਹੈਗਾ ਕਿ ਅਸੀਂ ਪ੍ਰੋਡਕਟ ਅੰਦਰ ਕੋਈ ਤਿਆਰ ਕੋਈ ਆਪਣਾ? ਦੇਖੋ ਜੀ, ਫਰੀਦਕੋਟ ਦੇ ਵਿੱਚ ਔਰ ਫਰੀਦਕੋਟ, ਬਠਿੰਡਾ ਔਰ ਹੁਸ਼ਿਆਰਪੁਰ ਦੇ ਵਿੱਚ ਆਪਾਂ ਇੱਕ ਉਪਰਾਲਾ ਕੀਤਾ ਹੈ ਜਿਹਦੇ ਵਿੱਚ ਆਪਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ PPP ਮੋਡ ਤੇ
ਪ੍ਰੋਡਕਟਸ ਬਣਾ ਰਹੇ ਹਾਂ। ਫਰੀਦਕੋਟ ਔਰ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਪ੍ਰੋਡਕਟਸ ਬਣ ਰਹੇ ਨੇ ਉਹ ਸੈਨੇਟਰੀ ਨੈਪਕਿਨਸ ਨੇ ਤੇ ਬਾਇਓਡਿਗ੍ਰੇਡੇਬਲ ਬੈਗਸ ਨੇ। ਜਿਹੜਾ ਬਠਿੰਡੇ ਦੇ ਵਿੱਚ ਇੱਕ ਵੁਡਨ ਫਰਨੀਚਰ ਦਾ ਯੂਨਿਟ ਲਗਾਇਆ ਹੈ, ਦੋਨੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਤੇ ਹੈ ਤਾਂ ਕਿ ਜੇਲ੍ਹ ਦੇ ਵਿੱਚ ਸਮਾਨ ਪੈਦਾ ਹੋ ਸਕੇ, ਜਿਹਦੇ ਵਿੱਚ ਮਸ਼ੀਨਰੀ ਵਗੈਰਾ ਦਾ ਸਾਰੇ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਪ੍ਰਾਈਵੇਟ ਪਾਰਟਨਰ ਕਰਦੀ ਹੈ। ਜੇਲ੍ਹ ਉਹਦੇ ਵਿੱਚ ਲੇਬਰ ਦਿੰਦਾ ਹੈ, ਉਹਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਦਾ ਹੈ ਤੇ ਜਿਹੜਾ ਪ੍ਰੋਡਕਟ ਬਣਦਾ ਹੈ ਉਹ ਜਿਹੜੀ ਪ੍ਰਾਈਵੇਟ ਪਾਰਟਨਰ ਹੈ ਉਹ ਬਾਹਰ ਵੇਚਦੀ ਹੈ ਜਾਂ ਸਰਕਾਰੀ ਦਾਇਰਾ ਅਗਰ ਕੋਈ ਖਰੀਦਣਾ ਚਾਹੁੰਦਾ ਹੈ ਤੇ ਉਹ ਜੇਲ੍ਹ ਮਹਿਕਮਾ ਉਸ ਪ੍ਰੋਡਕਟ ਨੂੰ ਵੇਚਦਾ ਹੈ। इसके बारे में मैं यही कहना चाहूँगा कि ये जेल में नहीं पहुँचना चाहिए, लेकिन दो तीन चीज़ें कि चरण सीमा पे है पंजाब में, मैं नहीं जानता इस चीज़ को। जो भी चीज़ का साइंटिफिक एनालिसिस नहीं हुआ हो उस चीज़ के बारे में मैं कमेंट नहीं करता। सो दैट वाज एज रिगार्ड्स एज चरम सीमा। बट जेल के अंदर देखो, जेल के अंदर 45% कैदी वो हैं जो नशे के केसेस में NDPS एक्ट के अंदर हैं। टोटल पॉपुलेशन का ऑलमोस्ट 40% वो आप नशे के शिकार हैं। उनका हम या तो उनको हम बुप्रेनोर्फिन दे रहे हैं या उनका डी एडिक्शन करा रहे हैं। सो इतने बड़े संख्या में अगर डिमांड है, जो नशे का शिकार है, जो एक मरीज़ है नशे का, वो डिमांड क्रिएट करता है। तो वर्ल्ड में कहीं भी जहाँ डिमांड हो सप्लाई का कोई ना कोई ज़रिया बन जाता है, ठीक है। और इसीलिए ये सच्चाई है कि जेल के अंदर नशा आ रहा है, कई तरीक़ों से आ रहा है। जेल का आपको पता है, दीवार आपने देखा यहाँ कॉलोनीज़, इस जेल का जो हाल है वही कई और जेलों का हाल है। सो थ्रो करने का एक तरीका है। हमारे मुलाजिम भी हैं, हमने पिछले 2-3 सालों में, 2-3 सालों के हर साल, उससे पहले भी 2.5 साल से मैं हूँ, लेकिन उसके पहले भी हमारे मुलाजिम जो गलत काम कर रहे हैं वो भी पकड़े जा रहे हैं। लेकिन कई ऐसे भी हैं जिनको हम पकड़ नहीं पाए हैं, लेकिन जो भी नज़र में आएंगे वो छोड़े नहीं जाएंगे। सो तरीके बहुत हैं नशे जाने का। सो वेर एवर देयर इज़ डिमांड, सप्लाई विल फॉलो, एंड दैट इज़ द रूल ऑफ द वर्ल्ड। सो दैट इज़ वाई वी हैव, एंड सिमिलरली अबाउट मोबाइल्स। ਤਾਰ ਲੱਗਣ ਦੇ ਬਾਵਜੂਦ ਵੀ ਫੈਂਕਾ ਗਿਰ ਰਿਹਾ। ਭਾਜੀ ਤਾੜ ਫੇਂਕਾ ਲਈ ਨਹੀਂ ਹੈ, ਤੁਸੀਂ ਚੜਨਾ ਚਾਹੋਗੇ ਤੇ ਉਹ ਤੁਹਾਡੇ ਲਈ ਹੈ ਫਿਰ। ਜੱਦੀ CRP ਲੱਗੀ ਹੈ, ਮੋਬਾਈਲ ਬਹੁਤ ਜ਼ਿਆਦਾ ਸਰ ਅੰਦਰ ਮਿਲ ਰਹੇ ਆ, ਇਹਦਾ ਕੀ ਹੈ? ਇੱਥੋਂ ਚੈੱਕ ਹੋ ਕੇ ਸਾਰਾ ਕੁਝ ਜਾ ਰਿਹਾ, ਫਿਰ ਵੀ ਪਰਚੇ ਆ ਰਹੇ ਆ। ਦੇਖੋ ਤੁਸੀਂ ਨਾ ਇੱਕ ਗਲਤ ਐਜ਼ੰਪਸ਼ਨ ਕਰ ਰਹੇ ਹੋ ਕਿ ਮੋਬਾਈਲ ਇੱਥੋਂ ਜਾ ਰਿਹਾ। ਨਹੀਂ ਦੇਖੋ, ਮੈਂ ਇੱਥੋਂ ਨਹੀਂ ਕਹਿ ਰਿਹਾ। ਠੀਕ ਹੈ, ਇਹ ਜੇਲ ਹੈ, ਇਹ 에ਅਰਪੋਰਟ ਨਹੀਂ ਹੈ। 에ਅਰਪੋर्ट 3 ਪਾਸੋਂ ਬੰਦ ਹੁੰਦਾ ਹੈ ਬਿਲਡਿੰਗ, ਇਹ केवल हॉरिजॉन्टली क्लोज्ड है, ऊपर से खुला जगह है, ठीक है। सो ਜਿਹੜਾ ਕਿ ਮੈਕਸਿਮਮ ਅਮਾਉਂਟ ਆਫ ਸਮਗਲਿੰਗ ਜਿਹੜੀ ਜੇਲ੍ਹ ਦੇ ਵਿੱਚ ਹੋ ਰਹੀ ਹੈ ਉਹ ਫੇਕੇ ਨਾਲ ਹੋ ਰਹੀ ਹੈ। ਆਪਾਂ ਉਹਨੂੰ ਡਾਕੂਮੈਂਟ ਵੀ ਕਰ ਰਹੇ ਹਾਂ। ਅਬ ਕਿੰਨਾ % ਫੇਕਾ ਆਪਾਂ ਫੜ ਪਾਉਂਦੇ ਹਾਂ, ਕਿੰਨਾ % ਸਾਡੇ ਤੋਂ ਨਿਕਲ ਜਾਂਦਾ ਹੈ, ਵੀ ਡੋਂਟ ਨੋ। ਸੋ ਇਹਦੀ ਟੈਕਨੋਲੋਜੀ ਦਾ ਵੀ ਹੈ। ਆਪਾਂ ਇੱਕ ਪ੍ਰੋਜੈਕਟ ਬਣਾਇਆ ਜਿਹਦੇ ਵਿੱਚ ਆਪਾਂ ਕੈਮਰਾਜ਼ ਲਗਾ ਕੇ ਇਹਨੂੰ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਬਟ ਦੈਟ ਇਜ਼ ਅਗੇਨ ਫॉर ਅਨਦਰ ਡੇ। बट थिंग इज़ कि CRPF लगन तो बाद अगर मोबाइल्स रिकवरी वधी है तो ये अच्छी गल है ना। मोबाइल फड़ कौन रहा है? कोई बाहर दी फोर्स आके मोबाइल नहीं फड़ रही, जेल मुलाजिम तो मोबाइल फड़ के दे रहा है। 2018 ਦੇ ਵਿੱਚ 800 मोबाइल फड़े गए सी, 2020 ਦੇ ਵਿੱਚ 2400 मोबाइल फड़े गए सी, 2021 ਦੇ ਵਿੱਚ ऑलरेडी ਆਪਾਂ 2700 क्रॉस कर चुके हैं। ਇਹ ਮੋਬਾਈਲ ਕੌਣ ਫੜ ਰਿਹਾ ਹੈ? ਇਹ ਬਾਹਰੋਂ ਕੋਈ ਆ ਕੇ ਨਹੀਂ ਫੜ ਰਿਹਾ, ਇਹ ਸਾਡੇ ਜੇਲ੍ਹ ਮੁਲਾਜ਼ਮ ਫੜ ਰਹੇ ਨੇ। ਆ ਕਿੱਥੋਂ ਰਹੇ ਸਰ ਰੌਲਾ ਦਾ? ਆ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਕਿ ਕਈ ਤਰੀਕੇ ਹੈਗੇ ਨੇ। ਸਾਡੇ ਵੀ ਕੁਝ ਮੁਲਾਜ਼ਮ ਮਿਲੇ ਹੋਣੇ ਉਹਦੇ ਵਿੱਚ ਕੋਈ ਇਨਕਾਰੀ ਨਹੀਂ ਹੈ ਸਾਡੀ, ਲੇਕਿਨ ਫੜ ਕੌਣ ਰਿਹਾ ਹੈ ਇਸ ਚੀਜ਼ ਦਾ ਜਵਾਬ ਦਿਓ ਮੈਨੂੰ। ਫੜ ਵੀ ਜੇਲ੍ਹ ਮੁਲਾਜ਼ਮ ਰਿਹਾ ਹੈਗਾ। ਉਹੀ ਮੋਬਾਈਲ ਜਿਹੜਾ ਕਿ ਇੱਕ ਬੰਦੇ ਕੋਲ ਰੱਖਣ, ਮੇਰਾ ਕੀ ਹੈ कि मोबाइल रखना डिफिकल्ट बना देना है बंदे की। वो अगर 10,000 रुपया दे के मोबाइल ला रहा हैगा, 4 दिन बाद मोबाइल रिकवर हो जाना चाहिए। ਉਹਦੀ ਜ਼ਿੰਦਗੀ ਨੂੰ
ਔਖਾ ਬਣਾਉਣਾ ਮੈਂ ਕਰ ਸਕਦਾ ਹਾਂ 100% ਮੋਬਾਈਲ ਤੁਸੀਂ ਇਸ ਏਰੀਆ 'ਚ ਦੇਖੋ ਮੈਂ ਬਗਲ ਵਾਲੇ ਕਾਲੋਨੀ 'ਚ ਖੜੇ ਹੋ ਕੇ ਜਦੋਂ ਮਰਜ਼ੀ ਮੈਂ ਫੇਕਾ ਕਰ ਦੇਵਾਂ ਠੀਕ ਹੈ ਸੋ ਉਹ ਮੋਬਾਈਲ ਆਉਣ ਦੇ ਤਰੀਕੇ ਬਹੁਤ ਹੈ ਲੇਕਿਨ ਸਾਡੀ ਕਾਮਯਾਬੀ ਹੈ ਕਿ ਆਪਾਂ ਵੱਧ ਤੋਂ ਵੱਧ ਫੜੀਏ ਤੇ ਮੋਬਾਈਲ ਰੱਖਣਾ ਉਸ ਚੀਜ਼ ਨੂੰ ਔਖਾ ਕਰ ਦਈਏ ਉਸ ਚੀਜ਼ 'ਚ ਆਪਾਂ ਕਾਮਯਾਬ ਹੋਏ ਹਾਂ ਇੱਕ ਪਿਛਲੇ ਦਿਨੀ ਇੱਕ ਬੰਦੀ ਦੇ ਨਾਲ ਬੇਅਦਬੀ ਕੀਤੀ ਗਈ ਹੈ ਉਹ ਤੇ ਕਿਵੇਂ ਐਕਸ਼ਨ ਲਿੱਤਾ ਜੀ ਕਿਹੜੀ ਬੇਅਦਬੀ ਮੈਨੂੰ ਇਹ ਕੇਸ ਦਾ ਕੇਸਧਾਰੀ ਯੁਵਕ ਦੇ ਬਿਲਕੁਲ ਬਾਹਰ ਨੋਚੇ ਗਏ ਜੀ ਉਹਨੇ ਹਸਪੀਟਲ ਇਹ ਮੇਰੇ ਨੋਟਿਸ 'ਚ ਨਹੀਂ ਹੈ ਪਰਚਾ ਕਰਾਇਆ ਜੀ ਅਸੀਂ ਠੀਕ ਹੈ ਜੋ ਵੀ ਹੈ ਮਤਲਬ ਅਗਰ ਕੋਈ ਇਨਸੀਡੈਂਟਸ ਤਾਂ ਹੁੰਦੇ ਰਹਿਣਗੇ ਯਾਰ ਆਪਾਂ 26000 ਪ੍ਰਿਜ਼ਨਰਸ ਨੂੰ ਸਾਂਭ ਰਹੇ ਹਾਂ ਇਸ ਤਰ੍ਹਾਂ ਦੇ ਇਨਸੀਡੈਂਟਸ ਕਾਮਯਾਬੀ ਸਾਡੀ ਇਸ ਚੀਜ਼ 'ਚ ਹੈ ਕਿ ਜੋ ਐਕਸ਼ਨ ਹੁੰਦਾ ਹੈ ਜੋ ਡਿਊ ਐਕਸ਼ਨ ਹੈ ਉਹ ਹੋਣਾ ਚਾਹੀਦਾ ਡਿਊ ਪ੍ਰੋਸੈਸ ਆਫ ਲਾਅ ਸ਼ੁੱਡ ਫੋਲੋ ਬਟ ਤੁਹਾਡਾ ਇਹ ਬੇਅਦਬੀ ਵਾਲਾ ਜਿਹੜਾ ਕੇਸ ਹੈ ਉਹਦੇ ਬਾਰੇ ਮੈਨੂੰ ਆਫ ਦਾ ਕਫ ਯਾਦ ਨਹੀਂ ਹੈ ਚਲੋ ਥੈਂਕ ਯੂ ਆਲ ਦਾ ਬੈਸਟ